दौड़ टिकट की इस कार्यक्रम में मैं अपने साथी जितेंद्र शर्मा के साथ आप सबका स्वागत करता हूं और आज इस दावेदारी को पेश करने के लिए हमारे साथ मौजूद हैं महाजन बिरादरी, जो कि एक पठानकोट में बहुत बड़ी बिरादरी है। उसके सेंट्रल महाजन सभा के प्रधान, युवा नेता, कांग्रेस के युवा नेता और अपने वार्ड नंबर 48 में रिकॉर्ड मतों से जीते नितिन लाडी जी, जो कि आज हमारे साथ हैं। आइए हम उनका स्वागत भी करता हूं मैं अपने स्टूडियो में और आपसे मिलवाते हैं। उनका परिचय करवा दिया मैंने आपसे। और अब नितिन लाडी जी, आपका बहुत बहुत स्वागत है। हमारे स्टूडियो में तो नहीं हो, बट एक कैजुअल सा हम इंटरव्यू कर रहे हैं पार्क में बैठ के, तो हम आपसे कुछ बातें करेंगे इस इलेक्शन के बारे में और आपके राजनीतिक करियर के बारे में, आपके बारे में आपसे जानना चाहेंगे। बहुत बहुत स्वागत है। बहुत धन्यवाद खुराना जी, जतेंद्र शर्मा जी और फास्टवेयर ਦੀ ਟੀਮ ਦਾ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਔਰ ਮੈਨੂੰ ਬੋਲਣ ਦਾ ਮੌਕਾ ਦਿੱਤਾ। ਨਿਤਿਨ ਜੀ, ਸਭ ਤੋਂ ਪਹਿਲੇ ਤੁਸੀਂ ਇਹ ਦੱਸੋ, ਮੈਂ ਸੌਰੀ ਪੰਜਾਬੀ 'ਚ ਗੱਲ ਕਰਾਂਗਾ ਤੁਹਾਡੇ ਨਾਲ। ਮੈਨੂੰ ਇਹ ਦੱਸੋ ਕਿ ਤੁਸੀਂ ਕਿਸੇ ਇੱਕ ਨਿੱਜੀ ਚੈਨਲ 'ਤੇ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਇਸ ਵਾਰੀ ਟਿਕਟ ਜਿਹੜੀ ਹੈ ਜੇਤੂ ਕੈਂਡੀਡੇਟ ਨੂੰ ਦਿੱਤੀ ਜਾਏਗੀ। ਜਿਹੜਾ ਵੀ ਜੇਤੂ ਕੈਂਡੀਡੇਟ ਹੋਏਗਾ, ਤੁਸੀਂ ਵੀ ਦਾਅਵੇਦਾਰੀ ਪੇਸ਼ ਕਰ ਰਹੇ ਹੋ। क्या तुसी अपने आप नूं जेतू कैंਡੀਡੇਟ ਮੰਨਦੇ ਹੋ, किस बिना ते? खुराना जी, इस तरह मैं निजी चैनल ਤੇ ਇਹ ਕਿਹਾ ਵੀ ਜੇਤੂ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਏ। ਜਿਹੜੇ ਫਲੈਕਸ ਮੇਰੇ ਬਾਜ਼ਾਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਲੱਗੇ ਹੈ, ਜਿਨ੍ਹਾਂ ਨੂੰ ਉਤਾਰਨ ਦੀ ਵੀ ਕੋਸ਼ਿਸ਼ ਲਗਾਤਾਰ ਚੱਲ ਰਹੀ, ਉਹਦੇ ਵਿੱਚ ਵੀ ਮੈਂ ਇਹ ਲਿਖਿਆ ਸਲੋਗਨ ਆਈ ਹੈ, ਅਬ ਕੀ ਬਾਰੀ ਕਾਰਜਕਰਤਾ ਕੀ ਬਾਰੀ। ਲੋਕਲ ਕਾਰਜਕਰਤਾ, ਪਾਰਟੀ ਦਾ ਕਾਰਜਕਰਤਾ, ਪਾਰਟੀ ਨਾਲ ਜੁੜਿਆ ਕਾਰਜਕਰਤਾ। ਕਿਉਂ ਕਾਰਜਕਰਤਾ ਕੀ ਬਾਰੀ? ਕਿਉਂ ਨਹੀਂ ਕਾਰਜਕਰਤਾ ਜਿਹੜਾ ਪਾਰਟੀ ਲਈ ਮਰਦਾ, ਬੂਥਾਂ ਦੇ ਬਹਿੰਦਾ, ਵੋਟਾਂ ਮੰਗਣ ਘਰ ਜਾਂਦਾ, ਉਹਦੀ ਵਾਰੀ ਕਿਉਂ ਨਹੀਂ? ਸਕਾਈ ਲੈਬ ਕਿਉਂ? ਔਰ ਜਿਨ੍ਹਾਂ ਨੂੰ ਪਠਾਨਕੋਟ ਦੀ ਭੂਗੋਲਿਕ ਸਥਿਤੀ ਦਾ ਵੀ 5 ਸਾਲ ਦੀ ਟਰਮ ਕਰਨ ਦੇ ਬਾਅਦ ਵੀ ਪੂਰੀ ਤਰ੍ਹਾਂ ਨਹੀਂ ਪਤਾ, ਉਹਨਾਂ ਦੀ ਬਜਾਏ ਕਾਰਜਕਰਤਾ ਕਿਉਂ ਨਹੀਂ? ਤੇ ਦੂਜੀ ਗੱਲ ਕੀਤੀ ਤੁਸੀਂ ਮੇਰੀ ਦਾਅਵੇਦਾਰੀ ਦੀ, ਮੈਂ ਬਿਲਕੁਲ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਔਰ ਮੈਂ ਹਾਈ ਕਮਾਨ ਨਾਲ, ਆਪਣੇ ਲੀਡਰ ਸਾਹਿਬਾਨ ਨਾਲ ਵੀ ਗੱਲ ਕੀਤੀ ਹੈ। ਉਹਨਾਂ ਨੇ ਮੈਨੂੰ ਕਿਹਾ ਤੁਸੀਂ ਆਪਣਾ ਕੰਮ ਕਰ ਜਾਰੀ ਰੱਖੋ, ਜਦੋਂ ਵੀ ਸਮੇਂ ਆਏਗਾ ਉਹਦੇ ਮੁਤਾਬਿਕ ਜੋ ਵੀ ਹਾਈ ਕਮਾਨ ਦਾ ਫੈਸਲਾ ਹੋਏਗਾ ਉਹ ਸਰਵਮਾਨਯ ਹੋਏਗਾ। ਔਰ ਕਾਰਜਕਰਤਾ ਨੂੰ ਜਿਹੜੀ ਪਾਰਟੀ ਛੱਡ ਦਿੰਦੀ ਹੈ, ਉਹ ਪਾਰਟੀਆਂ ਦਾ ਕੀ ਹਾਲ ਹੁੰਦਾ ਇਹ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਤੇ ਮੈਂ ਫਿਰ ਅਪੀਲ ਕਰਾਂਗਾ ਤੁਹਾਡੇ ਮਾਧਿਅਮ ਨਹੀਂ, ਪਰ ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਮੌਜੂਦਾ ਵਿਧਾਇਕ ਨੇ ਛੱਡਤਾ ਜਾਂ ਤੁਸੀਂ ਵਿਧਾਇਕ ਨੂੰ ਛੱਡਤਾ? ਨਹੀਂ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਇਤਫਾਕ ਰੱਖਣਾ। ਨਹੀਂ, ਮੈਂ ਕਾਰਜਕਰਤਾ ਦੀ ਗੱਲ ਕਰਦਾ, ਕਾਰਜਕਰਤਾ ਦੀ ਗੱਲ ਕਰਾਂਗਾ। ਮੈਂ ਵੱਡੇ ਲੀਡਰਾਂ ਦੀ ਗੱਲ ਨਹੀਂ ਕਰ ਰਿਹਾ। ਕਿਉਂ ਵਾਰੀ ਨਾ ਹੈ ਕਾਰਜਕਰਤਾ ਦੀ? ਨਾ ਮੈਂ ਆਪਣੇ ਮੌਜੂਦਾ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹਰ ਕਾਰਜਕਰਤਾ ਦਾ ਹੱਕ ਬਣਦਾ ਹੈ ਟਿਕਟ ਤੱਕ ਲੜਨਾ। ਤੁਸੀਂ ਟਿਕਟ ਦੀ ਲੜਾਈ ਹੈ, ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹੋ, ਇਸ ਕੋਈ ਡਾਊਟ ਨਹੀਂ, ਤੁਹਾਡਾ ਹੱਕ ਬਣਦਾ ਐਂਡ ਤੁਹਾਨੂੰ ਕਰਨੀ ਚਾਹੀਦੀ। ਤੁਹਾਨੂੰ ਕੀ, ਬਾਕੀ ਲੋਕ ਵੀ ਜਿਹੜੇ ਆ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ। ਬਟ ਅਗਰ ਟਿਕਟ ਕਿਸੇ ਨੂੰ ਵੀ ਮਿਲ ਜਾਂਦੀ ਹੈ, ਕਿਸੇ ਵੀ ਕਾਰਜਕਰਤਾ ਨੂੰ, ਤੁਸੀਂ ਕਾਂਗਰਸੀ ਹੋ, ਕਿਆ ਤੁਸੀਂ ਉਸ ਟਿਕਟ ਵਾਸਤੇ ਕਿਸੇ ਨੂੰ ਵੀ ਮਿਲੇ ਉਹਦੇ ਵਾਸਤੇ ਲੜੋਗੇ? ਬਿਲਕੁਲ ਲੜਾਂਗੇ ਔਰ ਆਪਣੀ ਪਾਰਟੀ ਲਈ ਲੜਾਂਗੇ। ਪਾਰਟੀ ਹਾਈਕਮਾਨ ਜਿਹਨੂੰ ਵੀ ਟਿਕਟ ਦੇਗਾ, ਬਾਰ-ਬਾਰ ਕਹਿ ਰਿਹਾ, ਅਸੀਂ ਇੱਕ ਮੁੱਠ ਹੋ ਕੇ ਉਹਦੇ ਨਾਲ ਕੰਮ ਕਰਾਂਗੇ, ਵੋਟਾਂ ਮੰਗਾਂਗੇ, ਵੋਟਾਂ ਪਵਾਵਾਂਗੇ, ਘਰ ਜਾਵਾਂਗੇ ਔਰ ਆਪਣੀ ਪਾਰਟੀ ਨੂੰ ਜਿਤਾਵਾਂਗੇ। ਲਾਡੀ ਜੀ, ਗੱਲ ਦੱਸੋ, ਤੁਸੀਂ ਕਹਿ ਰਹੇ ਹੋ ਕਿ ਕਿਸੇ ਨੂੰ ਵੀ ਟਿਕਟ ਮਿਲੇਗੀ, ਤੁਸੀਂ ਅੱਜ ਆਪਣੀ ਗੱਲ ਕਰਦੇ ਹੋ ਟਿਕਟ ਦੀ। ਮੰਨ ਲਓ ਟਿਕਟ ਅਮਿਤ ਵਿਜ ਨੂੰ ਦੁਬਾਰਾ ਮਿਲ ਜਾਂਦੀ ਹੈ ਤੇ ਤੁਸੀਂ ਉਹਨਾਂ ਦਾ ਸਾਥ ਦਿਓਗੇ? ਮੈਂ ਜਤਿੰਦਰ ਜੀ ਤੁਹਾਨੂੰ ਪਹਿਲੇ ਬੇਨਤੀ ਕੀਤੀ ਹੈ, ਅਮਿਤ ਵਿਜ ਨਾਲ ਮੇਰੇ ਕੋਈ ਬਗਾੜ ਨਹੀਂ ਹੈ ਨਿੱਜੀ ਤੌਰ 'ਤੇ। ਸਾਰੇ ਸ਼ਹਿਰ ਨੂੰ ਪਤਾ ਹੈ ਮੈਂ ਕਾਂਗਰਸ ਲਈ ਜੀਣਾ, ਕਾਂਗਰਸ ਲਈ ਮਰਨਾ। ਅਮਿਤ ਵਿਜ ਨੂੰ ਹਾਈਕਮਾਨ ਟਿਕਟ ਦੇ ਦੇਗਾ ਔਰ ਉਹਨਾਂ ਨੂੰ ਲੱਗੇਗਾ ਕਿ ਉਹ ਜਿੱਤਣ ਵਾਲੇ ਕੈਂਡੀਡੇਟ ਹੈ। ਮੈਂ ਤਾਂ ਇਹੀ ਡਿਮਾਂਡ ਕਰ ਰਿਹਾ, ਜਿੱਤਣ ਵਾਲੇ ਕੈਂਡੀਡੇਟ ਨੂੰ ਦਿੱਤੀ ਜਾਏ, ਅਮਿਤ ਵਿਜ ਨੂੰ ਦਿੱਤੀ ਜਾਏਗੀ। ਤੇ ਕਿਉਂ ਨਹੀਂ ਕੰਮ ਕਰਾਂਗੇ? ਪਾਰਟੀ ਦਾ ਕੰਮ ਕਰਨਾ ਸਾਡੀ ਡਿਊਟੀ ਹੈ ਔਰ ਪਾਰਟੀ ਨਾਲ ਹੀ ਅਸੀਂ ਇਹ ਛੋਟੇ ਕਈ ਵਿੱਚ ਲੋਕ ਵਿੱਚ ਜਿਹੜੇ ਸਕ੍ਰਿਪਟ ਰਾਈਟਰ ਮੈਂ ਕਹਾਂਗਾ ਉਹਨਾਂ ਨੂੰ, ਸਾਡੇ ਲੀਡਰਾਂ ਨੂੰ ਮਿਲ ਗਏ ਹੈ, ਜਿਹੜੇ ਕਹੀ ਜਾਂਦੇ ਵੀ ਉਹ ਫਲਾਣਾ ਤੇ ਡਿਫਾਲਟਰ ਹੈ, ਫਲਾਣਾ ਤੇ ਬੈਂਕ ਦਾ ਕਰਜ਼ਾਊ ਹੈ, ਫਲਾਣਾ ਤੇ 700 ਵੋਟਾਂ। ਸਕ੍ਰਿਪਟ ਰਾਈਟਰ ਤੋਂ ਤੁਹਾਡਾ ਕੀ ਮਤਲਬ ਹੈ? ਸਕ੍ਰਿਪਟ ਰਾਈਟਰ ਜਿਹੜੇ ML ਸਾਹਿਬ ਨੂੰ ਪਿੱਛੇ ਬਹਿ ਕੇ ਪਰਚੀ ਲਿਖ ਕੇ ਦਿੰਦੇ ਆ, ਜਿੱਦਾਂ PI ਬੋਲੋ, ਉਹ
ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੀਡੀਆ ਸਾਰਾ ਕੁਝ ਜਾਣਦੀ ਹੈ, ਹਰ ਘਰ ਘਰ ਹਰ ਕੋਨੇ ਦਾ ਮੀਡੀਆ ਕੋਈ ਖਬਰ ਹੈ। ਜਤਿੰਦਰ ਜੀ, ਇਹ ਕੀ ਮਤਲਬ ਹੈ ਵੀ ਜਿਹੜਾ ਬੰਦਾ ਟਿਕਟ ਮੰਗੇਗਾ ਤੇ ਉਹਦੇ ਬਾਰੇ ਤੁਸੀਂ ਲਿਖਣਾ ਸ਼ੁਰੂ ਕਰ ਦਿਓਗੇ ਵੀ ਉਹਨੇ 12 ਕਰੋੜ ਦੇਣਾ, ਉਹ 700 ਵੋਟਾਂ ਦੇ ਰਿਹਾ। ਹੁਣ ਕੱਲ ਦਾ ਮੇਰੇ ਲਈ ਸ਼ੁਰੂ ਕਰਤਾ ਵੀ ਇਹ 400 ਵੋਟ ਤੋਂ ਹਰਿਆ। ਪਿਛਲਾ ਇਲੈਕਸ਼ਨ ਮੈਂ ਹਰਿਆ, ਮੈਂ ਬੀਜੇਪੀ ਤੋਂ ਲੜਿਆ ਔਰ ਰਿਸਪੈਕਟੇਬਲ ਵੇ ਨਾਲ ਲੜਿਆ, ਰਿਸਪੈਕਟੇਬਲ ਵੋਟਾਂ ਲਈਆਂ। ਮੈਂ ਕੋਈ 150 ਵੋਟਾਂ ਨਹੀਂ ਲਈਆਂ ਜਾਂ ਮੈਂ ਜ਼ਮਾਨਤ ਨਹੀਂ ਜ਼ਬਤ ਕਰਾਈ। ਮੈਂ ਉਹਨਾਂ ਨੂੰ ਕਹਿ ਦੇਣਾ ਚਾਹੁੰਦਾ, ਜਿਹੜੇ ਲੋਕ ਇੱਦਾਂ ਦੀ ਅਫਵਾਹਾਂ ਜਾਂ ਇੱਦਾਂ ਦੀ ਗੱਲਾਂ ਕਰਵਾ ਰਹੇ ਨੇ, ਉਹਨਾਂ ਦੇ ਨਾਲ ਲੱਗਦੇ ਵਾਰਡ 'ਚ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਈ ਹੈ। 4 ਸਵਾ ਸਾਲ ਉਹ ਵਾਰਡ ਉਹਨਾਂ ਦੇ ਜ਼ਿੰਮੇ ਲੱਗੇ ਦਾ ਸੀ। ਕੋਈ ਕੰਮ ਐਸਾ ਨਹੀਂ ਜਿਹੜਾ ਉਸ ਵਾਰਡ 'ਤੇ ਉਹਨਾਂ ਦੀ ਮਰਜ਼ੀ ਬਗੈਰ ਹੋਏ ਤੇ ਕਾਂਗਰਸ ਉੱਥੇ 210 ਵੋਟਾਂ 'ਤੇ ਰਹਿ ਗਈ। ਉਹਦਾ ਜਵਾਬਦੇਹ ਕੌਣ ਹੈ? ਉਹਦਾ ਜਵਾਬਦੇਹ ਉਸ ਸਕ੍ਰਿਪਟ ਰਾਈਟਰ ਨੇ, ਸਾਡੇ MLA ਸਾਹਿਬ ਨੇ, ਸਾਡੇ ਕਿਹੜੇ ਲੋਕ ਨੇ ਉਹ ਦੱਸਣ, ਸਾਹਮਣੇ ਆਣ। ਲਾਡੀ ਜੀ, ਇੱਕ ਗੱਲ ਦੱਸੋ, ਤੁਸੀਂ ਭਾਰਤੀ ਜਨਤਾ ਪਾਰਟੀ ਚਲੇ ਗਏ, ਕਾਂਗਰਸ ਸੀ, ਯੁਵਾ ਨੇਤਾ ਸੀ ਕਾਂਗਰਸ ਦੇ, ਫਿਰ ਤੁਸੀਂ ਭਾਰਤੀ ਜਨਤਾ ਪਾਰਟੀ ਚਲੇ ਗਏ। ਭਾਰਤੀ ਜਨਤਾ ਪਾਰਟੀ 'ਚੋਂ ਤੁਸੀਂ ਇਲੈਕਸ਼ਨ ਲੜਿਆ MC ਦਾ, ਤੁਸੀਂ ਹਾਰ ਗਏ। ਉਸ ਤੋਂ ਬਾਅਦ ਫਿਰ ਵੀ ਤੁਸੀਂ ਜਿਹੜੇ ਵਿਧਾਨ ਸਭਾ ਦੇ 2017 ਦੇ ਇਲੈਕਸ਼ਨ ਹੋਏ, ਤੁਸੀਂ ਉਹਦੇ ਵਿੱਚ ਨਹੀਂ ਸੀ ਕਾਂਗਰਸ 'ਚ, ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸੀ। ਉਸ ਤੋਂ ਬਾਅਦ ਤੁਸੀਂ ਜਦੋਂ ਜਾਖੜ ਜੀ ਦਾ ਇਲੈਕਸ਼ਨ ਆਇਆ, ਤੁਸੀਂ ਕਾਂਗਰਸ ਜੁਆਇਨ ਕੀਤੀ ਦੁਬਾਰਾ। ਬਟ ਕਿਆ ਤੁਸੀਂ ਇਸ ਸਾਰੇ ਸਿਨੈਰੀਓ ਦੇ ਵਿੱਚ ਫਿਰ ਤੁਸੀਂ ਮਿਊਨਿਸਪਲ ਕਾਉਂਸਲ ਦੇ ਇਲੈਕਸ਼ਨ ਹੋਏ, ਤੁਸੀਂ ਬੜੇ ਅੱਛੇ ਮਤਾਂ ਨਾਲ ਜਿੱਤੇ ਸਾਰਿਆਂ ਨੇ, ਤਾਂ ਉਹਦੇ ਵਿੱਚ ਵੀ ਕਿਹਾ ਜਾਂਦਾ ਕਿ ਕਈ ਲੋਕ ਨਾਰਾਜ਼ ਹੋਏ ਤੁਹਾਨੂੰ ਟਿਕਟ ਦੇਣ ਕਰਕੇ, ਜਿਵੇਂ ਕਿ ਜਿਹੜੀ ਰੰਜਨਾ ਮਹਾਜਨ, ਹੋਰ ਵੀ ਜੋ ਵੀ ਲੋਕ ਨਾਰਾਜ਼ ਹੋਏ। ਤੇ ਕਿਆ ਇਸ ਤਰ੍ਹਾਂ ਨਹੀਂ ਲੱਗਦਾ ਕਿ ਵਿਧਾਇਕ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ ਤੇ ਤੁਸੀਂ ਤੁਹਾਡੇ ਵਿਸ਼ਵਾਸ ਵੀ ਕੀਤਾ, ਤੁਸੀਂ ਉਹਨਾਂ ਦੇ ਵਿਸ਼ਵਾਸਪ੍ਰਦ ਵੀ ਸੀ। ਹੁਣ ਐਸੀ ਕੀ ਗੱਲ ਆ ਗਈ ਵੀ ਤੁਸੀਂ ਉਹਨਾਂ ਦੇ ਅਗੇਂਸਟ ਹੋ ਗਏ ਜਾਂ ਉਹਨਾਂ ਦੇ ਅਗੇਂਸਟ ਝੰਡਾ ਚੁੱਕ ਲਿਆ? ਐਸਾ ਕੀ ਕਾਰਨ ਹੋਇਆ? ਖੁਰਾਨਾ ਜੀ, ਨਾ ਤੇ ਮੈਂ ਕਿਤੇ ਅਮਿਤ ਵਿਜ ਦੇ ਖਿਲਾਫ ਕੋਈ ਗੱਲ ਕੀਤੀ ਹੈ, ਨਾ ਕੋਈ ਝੰਡਾ ਚੁੱਕਿਆ। ਮੈਂ ਪਿਛਲੀ ਇੰਟਰਵਿਊ 'ਚ ਵੀ ਕਿਹਾ ਵੀ ਮੈਂ ਆਪਣੀ ਗੱਲ ਕਰਾਂਗਾ, ਆਪਣੀ ਗੱਲ ਕੀਤੀ ਹੈ। ਅਗਰ ਪਾਰਟੀ ਮੈਂ ਹਾਈ ਕਮਾਂਡ ਮੈਨੂੰ ਮੌਕਾ ਦਿੰਦੀ ਹੈ ਤੇ ਜੋ ਮੇਰੀ ਕਾਬਲੀਅਤ ਹੈ, ਜਿੰਨੇ ਘੰਟੇ ਮੈਂ ਕੰਮ ਕਰਦਾ, ਮੈਂ ਤਾਂ ਇੰਨੀ ਗੱਲ ਕਹੀ ਕਿ ਮੈਂ ਬਾਹਰੋਂ ਆਇਆ ਦਾ ਨਹੀਂ, ਮੈਂ ਇੱਥੋਂ ਦਾ ਹੀ ਹਾਂ, ਇੱਥੋਂ ਦਾ ਹੀ ਬੇਟਾ, ਇੱਥੋਂ ਦੇ ਲੋਕਾਂ ਦਾ ਭਰਾ ਹਾਂ, ਇੱਥੋਂ ਦੇ ਲੋਕਾਂ ਦਾ ਸਾਥੀ ਹਾਂ ਔਰ ਪੂਰੀ ਦਿਹਾੜੀ ਕੰਮ ਕਰੀਦੇ, ਲੋਕਾਂ ਦੀ ਸੇਵਾ 'ਚ ਰਹੀਦਾ। ਔਰ ਇਸ ਗੱਲ 'ਤੇ ਇਤਰਾਜ਼ ਕਿਉਂ ਕੀਤਾ ਜਾ ਰਿਹਾ ਹੈ? ਮੈਂ ਕਿਤੇ ਵੀ ਅਮਿਤ ਵਿਜ ਦੇ ਖਿਲਾਫ ਨਿੱਜੀ ਤੌਰ 'ਤੇ ਕੋਈ ਗੱਲ ਨਹੀਂ ਕੀਤੀ, ਜਦ ਕਿ ਉਹ ਗਾਏ ਬਗਾਏ ਜਿਹੜੇ ਲੋਕ ਇੰਟਰਵਿਊ ਛੋਟੀ ਮੋਟੀ ਦੇ ਰਹੇ ਨੇ, ਉਹਨਾਂ ਨੇ ਪੂਰਾ ਨਾਮ ਲੈ ਕੇ, ਮੇਰਾ ਐਡਰੈਸ ਪਾ ਕੇ, ਮੈਂ BJP ਤੋਂ ਲੜਿਆ। ਮੈਂ ਕਿਦੋਂ ਮਨਾ ਕਰ ਰਿਹਾ? ਮੈਂ ਜਾਖੜ ਸਾਹਿਬ ਦੇ ਇਲੈਕਸ਼ਨ ਦੇ ਵਿੱਚ ਵਾਪਸ ਆਇਆ ਪਾਰਟੀ ਦੇ ਵਿੱਚ, ਉਹਨਾਂ ਨੇ ਮੈਨੂੰ ਮਾਨ ਸਨਮਾਨ ਦਿੱਤਾ। ਮੈਂ ਕਿਦੋਂ ਮਨਾ ਕਰ ਰਿਹਾ ਕਿ ਮੈਂ ਜਾਖੜ ਸਾਹਿਬ ਦੇ ਇਲੈਕਸ਼ਨ ਦੇ ਵਿੱਚ ਨਹੀਂ ਆਇਆ? ਲੋਕਤੰਤਰ ਹੈ, ਉਸ ਗੱਲ ਨੂੰ ਹੀ ਧਿਆਨ 'ਚ ਰੱਖੀਏ। ਨਹੀਂ, ਮੈਂ ਸਰ ਤੁਹਾਨੂੰ ਮਾਫ ਕਰਨਾ, ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ, ਮੇਰਾ ਮਤਲਬ ਕੀ ਹੈ ਪੁੱਛਣ ਦਾ, ਇਹ ਕਿ ਤੁਸੀਂ BJP 'ਚ ਗਏ, ਕਾਂਗਰਸ 'ਚ ਆਏ, ਫਿਰ ਤੁਸੀਂ ਵਿਧਾਨ ਸਭਾ ਇਲੈਕਸ਼ਨ 'ਚ ਨਹੀਂ, ਜਾਖੜ ਜੀ ਦੇ ਟਾਈਮ 'ਤੇ ਇਲੈਕਸ਼ਨ 'ਚ ਆਏ। ਹੁਣ ਤੁਸੀਂ ਜਿਹੜੀ ਦਾਅਵੇਦਾਰੀ ਪੇਸ਼ ਕਰ ਰਹੇ ਹੋ, ਕਿਆ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਹੜੇ ਬਾਕੀ ਲੋਕ ਦਾਅਵੇਦਾਰੀ ਪੇਸ਼ ਕਰ ਰਹੇ ਆ ਉਹ ਪੁਰਾਣੇ ਕਾਂਗਰਸੀ ਹੈ ਤੇ ਉਹਨਾਂ ਦੀ ਦਾਅਵੇਦਾਰੀ ਤੁਹਾਡੇ ਤੋਂ ਜ਼ਿਆਦਾ ਮਜ਼ਬੂਤ ਨਹੀਂ ਹੈ? ਬਿਲਕੁਲ ਠੀਕ ਹੈ ਤੁਹਾਡੀ ਗੱਲ ਖੁਰਾਨਾ ਜੀ। ਮੇਰੇ ਫਾਦਰ ਸ਼੍ਰੀ ਕ੍ਰਿਸ਼ਨ ਭਲਵਾਨ ਜੀ, ਮੇਰਾ ਖਿਆਲ ਹੈ ਤੁਸੀਂ ਵੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਜਤਿੰਦਰ ਜੀ ਵੀ ਜਾਣਦੇ ਸੀ। ਠੀਕ ਹੈ, ਉਹਨਾਂ ਨੇ 40 ਸਾਲ ਕਾਂਗਰਸ ਦੀ ਸੇਵਾ ਕੀਤੀ ਹੈ, ਸ਼ਾਸਤਰੀ ਪਰਿਵਾਰ ਦੇ ਨਾਲ ਉਹਦਾ ਲਗਾਵ ਰਿਹਾ ਹੈ, ਉਹ ਸਾਰਾ ਪਠਾਨਕੋਟ ਇਸ ਗੱਲ ਨੂੰ ਜਾਣਦਾ ਹੈ। ਮੈਂ ਵੀ 20 ਸਾਲ ਤੋਂ ਕਾਂਗਰਸੀ ਸੀ, ਯੂਥ ਕਾਂਗਰਸ ਦਾ ਬਲਾਕ ਪ੍ਰੈਜ਼ੀਡੈਂਟ ਮੈਂ 2002 'ਚ ਬਣ ਗਿਆ। ਉਸ ਤੋਂ ਪਹਿਲੇ ਕਾਲਜ ਟਾਈਮ ਮੈਂ ਹਿਊਮਨ ਰਾਈਟ ਕਾਂਗਰਸ ਦਾ ਬਲਾਕ ਪ੍ਰੈਜ਼ੀਡੈਂਟ ਰਿਹਾ। ਤੇ ਛੋੜ ਕਿਉਂ ਗਏ ਕਾਂਗਰਸ? ਸੀ ਤੁਹਾਨੂੰ ਉਸ ਵੇਲੇ ਵੀ ਕਿਆ ਟਿਕਟ ਨਹੀਂ ਦਿੱਤੀ ਗਈ ਸੀ ਕਾਂਗਰਸ ਤੋਂ ਜਾਂ ਕੋਈ ਹੋਰ ਕਾਰਨ ਸੀ? ਸਰ ਇਸ ਤਰ੍ਹਾਂ ਹੈ, ਕੁਝ ਹਾਲਾਤ ਐਸੇ ਬਣ ਗਏ, ਲੇਕਿਨ ਮੇਰੇ ਪਰਿਵਾਰ ਹਮੇਸ਼ਾ ਸਾਰੇ ਲੋਕ ਮੈਨੂੰ ਔਰ ਮੇਰੇ ਪਰਿਵਾਰ ਨੂੰ ਕਾਂਗਰਸੀ ਦੇ ਨਾਂ 'ਤੇ ਜਾਣਦੇ ਨੇ। ਇਹ ਗੱਲ ਜਦੋਂ ਹੁਣ ਮੈਨੂੰ ਕਾਰਪੋਰੇਸ਼ਨ ਦੀ ਟਿਕਟ ਮਿਲੀ, ਜਦੋਂ ਪਾਰਟੀ ਨੇ ਮੇਰੀ ਸੇਵਾ ਲਈ ਮੈਨੂੰ ਵਾਪਸ ਬੁਲਾਇਆ, ਜਦੋਂ ਜਾਖੜ ਸਾਹਿਬ ਨੇ ਮੈਨੂੰ ਵਾਪਸ ਬੁਲਾਇਆ, ਉਦੋਂ ਇਹ ਗੱਲ ਕਿਉਂ ਨਹੀਂ ਚੁੱਕੀ ਗਈ? ਅੱਜ ਮੈਂ ਟਿਕਟ ਦੀ ਗੱਲ ਕਰਦਾ ਤੇ ਸਾਰੀ ਗੱਲ ਇਹ ਬਾਰ-ਬਾਰ ਦੁਹਰਾਈ ਜਾਂਦੀ ਹੈ ਕਿ ਤੁਸੀਂ BJP ਤੋਂ ਚਲੇ ਗਏ, BJP ਦੀ ਟਿਕਟ ਤੋਂ ਲੜੇ। ਨਹੀਂ ਸਰ, ਨਹੀਂ, ਤੁਸੀਂ ਗਲਤ ਲੈ ਰਹੇ ਹੋ। ਮੇਰਾ ਪੁੱਛਣ ਦਾ ਮਤਲਬ ਕੁਝ ਹੋਰ ਹੈ। ਮੇਰਾ ਪੁੱਛਣ ਦਾ ਮਤਲਬ ਹੈ ਕਿ ਜਿਸਲੇ ਤੁਸੀਂ ਕਾਂਗਰਸ 'ਚੋਂ BJP 'ਚ ਗਏ, BJP 'ਚੋਂ ਕਾਂਗਰਸ 'ਚ ਆਏ, ਬਟ ਜਿਹੜੇ ਬਾਕੀ ਲੋਕ ਜਿਹੜੇ ਕਾਂਗਰਸੀ ਆਲਰੇਡੀ ਹੈਗੇ ਆ, ਜਿਹੜੇ ਕਿ ਟਕਸਾਲੀ ਜਿਹਨਾਂ ਨੂੰ ਕਾਂਗਰਸੀ ਕਹਿ ਸਕਦੇ ਆ, ਮੈਂ ਨਾਂ ਨਹੀਂ ਲਾਂਗਾ ਕਿਸੇ ਦਾ ਵੀ,
ਤੁਸੀਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹੋ ਤੇ ਕਿਉਂ ਨਾ ਉਹ ਉਹਨਾਂ ਦੀ ਸਸ਼ਕਤ ਦਾਅਵੇਦਾਰੀ ਹੈ ਜਾਂ ਤੁਹਾਡੀ ਹੈ। ਮੇਰਾ ਸਿਰਫ ਮਤਲਬ ਇਹ ਹੈ ਪੁੱਛਣ ਦਾ, ਇਹ ਮਤਲਬ ਨਹੀਂ ਤੁਸੀਂ ਕਿਉਂ ਗਏ, ਕੋਈ ਹਾਲਾਤ ਹੋ ਰਹੇ ਹੋਣਗੇ, ਗਏ ਹੋਗੇ, ਨੋ ਦੈਟ ਇਜ਼ ਨਾਟ ਏ ਇਸ਼ੂ। ਕੁਐਸਚਨ ਇਹ ਹੈ ਕਿ ਕਿਆ ਤੁਸੀਂ ਇਹ ਨਹੀਂ ਸਮਝਦੇ ਕਿ ਉਹਨਾਂ ਦੀ ਦਾਅਵੇਦਾਰੀ ਤੁਹਾਡੇ ਤੋਂ ਜ਼ਿਆਦਾ ਮਜ਼ਬੂਤ ਹੈ ਜਿਹੜੇ ਕਿ ਦੂਸਰੇ ਕਾਂਗਰਸੀ ਪੁਰਾਣੇ ਕਾਂਗਰਸੀ। ਪੁਰਾਣਾ ਜੀ ਇਸ ਤਰ੍ਹਾਂ ਇਹ ਮੇਰਾ ਹੈ, ਪੁੱਛਣਾ। ਇਹ ਜਿਹੜਾ ਅਸੈਸਮੈਂਟ ਕਰਨਾ ਨਾ ਵੀ ਮੇਰੀ ਦਾਅਵੇਦਾਰੀ ਮਜ਼ਬੂਤ ਹੈ ਕਿ ਬਾਕੀਆਂ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ ਹੈ, ਇਹ ਹੀ ਹਾਈ ਕਮਾਨ ਤੇ ਰਹਿੰਦੀ। ਇਹ ਹਾਈ ਕਮਾਨ ਕਰੇਗੀ ਫੈਸਲਾ ਵੀ ਕੌਣ ਪਾਰਟੀ ਨੂੰ ਅੱਗੇ ਲੈ ਕੇ ਜਾ ਸਕਦਾ, ਕੌਣ ਕਾਰਜਕਰਤਾ ਨੂੰ ਨਾਲ ਜੋੜ ਕੇ ਰੱਖ ਸਕਦਾ, ਕੌਣ ਸੰਗਠਨ ਨੂੰ ਮਜ਼ਬੂਤ ਕਰ ਸਕਦਾ। ਨਾ ਕਿ 5 ਸਾਲ ਦੇ ਵਿੱਚ 15 ਉਹ ਲੋਕ ਜਿਨ੍ਹਾਂ ਨੇ ਪਿਛਲੀ ਵਿਧਾਨ ਸਭਾ, ਮੈਂ ਉਹਨਾਂ ਤੇ ਵੀ ਆ ਜਾਣਾ ਜੇ ਮੈਂ ਪਿਛਲੀ ਵਿਧਾਨ ਸਭਾ ਜਾਣਾ ਨਾਲ ਨਹੀਂ, ਜਿਹੜੇ ਪਿਛਲੀ ਵਿਧਾਨ ਸਭਾ 'ਚ ਮੈਂ 15 ਵੱਡੇ ਨਾਂ ਤੁਹਾਡੇ ਨਾਲ ਲੈ ਸਕਣਾ ਜਿਹੜੇ ਇਹਨਾਂ ਨਾਲ ਜੁਝਾਰੂ ਹੋ ਕੇ ਇਲੈਕਸ਼ਨ ਲੜੇ, ਉਹ ਅੱਜ ਕਿੱਥੇ ਨੇ। ਪਰ ਨਿਤਿਨ ਜੀ, ਗੱਲ ਅਗਰ ਤੁਹਾਨੂੰ ਯਾਦ ਹੋਏ 2017 'ਚ ਤੁਸੀਂ ਤਾਂ ਬੀਜੇਪੀ ਸੀ, ਤੁਹਾਨੂੰ ਪਤਾ ਹੋਏਗਾ ਕਿ ਕਾਫੀ ਸਾਰੇ ਨੇਤਾ, ਮੈਂ ਵੀ ਨਾਂ ਨਹੀਂ ਲਾਂਗਾ ਕਿਸੇ ਦਾ, ਉਸ ਟਾਈਮ ਵੀ ਇਹਨਾਂ ਦੇ ਅਗੇਂਸਟ ਸੀ, ਇਹਨਾਂ ਦੇ ਅਗੇਂਸਟ ਮਤਲਬ ਇਹਨਾਂ ਦੇ ਫਾਦਰ ਦੇ ਅਗੇਂਸਟ ਸੀ ਕਿ ਇਹਨਾਂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਕਾਫੀ ਲੋਕ ਇਹਨਾਂ ਨੇ ਟਿਕਟ ਵਾਸਤੇ ਅਪਲਾਈ ਕੀਤਾ ਸੀ, ਕਾਫੀ ਸਾਰੇ ਲੋਕ ਇਹਨਾਂ ਤੋਂ ਅਗੇਂਸਟ ਸੀ, ਬਟ ਅਲਟੀਮੇਟਲੀ ਜਿਹੜੇ ਟਿਕਟ ਮਿਲੀ ਤੇ ਸਾਰੇ ਇਕੱਠੇ ਹੋ ਗਏ ਤੇ ਅੱਜ ਵੀ ਉਹੀ ਸਿਚੁਏਸ਼ਨ ਦੁਬਾਰਾ ਬਣ ਗਈ ਹੈ, ਸੇਮ ਸਿਚੁਏਸ਼ਨ ਹੈ। ਤੁਸੀਂ ਕੀ ਸਮਝਦੇ ਹੋ ਕਿ ਇਸ ਦੇ ਵਿੱਚ ਤੇ ਪੁਰਾਣੀ ਸਿਚੁਏਸ਼ਨ 2017 ਦੇ ਵਿੱਚ ਕੋਈ ਫਰਕ ਹੈ? ਮੈਂ ਕਿਹਾ ਇਹ ਹੀ ਸਾਡੇ ਪਾਰਟੀ ਦੀ ਅੱਛੀ ਗੱਲ ਹੈ, ਟਿਕਟ ਤੱਕ ਦੀ ਲੜਾਈ ਤੇ ਲੜਨ ਦਾ ਸਾਰਿਆਂ ਨੂੰ ਹੱਕ ਹੈ, ਬਿਲਕੁਲ ਹੱਕ। ਔਰ ਲੋਕਤੰਤਰ ਨੇ ਸਾਨੂੰ ਇਹ ਹੱਕ ਦਿੱਤੇ ਦਾ। exactly। ਟਿਕਟ ਜਿਹਨੂੰ ਮਿਲੇਗੀ, ਮੈਨੂੰ ਲੱਗਦਾ ਵੀ ਸਾਰੀ ਕਾਂਗਰਸ ਇਕੱਠਾ ਹੋ ਕੇ ਉਹਦਾ ਇਲੈਕਸ਼ਨ ਲੜੇਗੀ। ਠੀਕ। ਨਿਤਿਨ ਜੀ ਦਾ ਇਹ ਕਹਿਣਾ ਹੈ ਕਿ ਜਿਹੜੀ ਟਿਕਟ ਦੀ ਦਾਅਵੇਦਾਰੀ ਹੈ ਕੋਈ ਵੀ ਪੇਸ਼ ਕਰ ਸਕਦਾ ਹੈ, ਇਹ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਕੋਈ ਵੀ ਦਾਅਵੇਦਾਰੀ ਪੇਸ਼ ਕਰ ਸਕਦਾ ਹੈ, ਜਿਹੜੀ ਨੂੰ ਵੀ ਟਿਕਟ ਮਿਲੇਗੀ ਜੋ ਮਰਜ਼ੀ ਹੋਏ, ਹੂਐਵਰ ਇਟ ਇਜ਼, ਕਾਂਗਰਸ ਸਾਰੀ ਇਕੱਠੀ ਹੋ ਕੇ ਲੜੇਗੀ। ਇਹੀ ਮਤਲਬ ਹੈ ਤੁਹਾਡਾ ਕਹਿਣ ਦਾ। ਮੈਂ ਬਿਲਕੁਲ ਇਹ ਕਹਾਂਗਾ, ਔਰ ਇਹਨਾਂ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ, ਸਾਡੀ ਮੌਜੂਦਾ ਲੀਡਰਾਂ ਨੂੰ ਵੀ, ਇਹਨਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਵੀ ਪਠਾਨਕੋਟ ਕਾਂਗਰਸ ਕਿੱਥੋਂ ਚਲੀ, ਕਿਹਨਾਂ ਲੋਕਾਂ ਨੇ ਪਠਾਨਕੋਟ ਕਾਂਗਰਸ ਲਈ ਨੂੰ ਸੀਚਿਆ। ਕਿਆ ਇਹਨਾਂ ਨੂੰ, ਇਹ ਬਾਹਰੋਂ ਆਏ ਦੇ ਨਾ, ਇਹਨਾਂ ਨੂੰ ਪਤਾ ਕਿੱਦਾਂ ਹੋਣਾ? ਕਿਆ ਇਹਨਾਂ ਨੂੰ ਪਤਾ ਇੱਕ ਰੋਸ਼ਨ ਲਾਲ ਖੋਸਲਾ ਜੀ ਸਾਡੇ ਕਾਂਗਰਸ ਦੇ ਬਹੁਤ ਵੱਡੇ ਲੀਡਰ ਰਹੇ ਨੇ, ਇਹ ਰਕੇਸ਼ ਪੰਮੀ 20 ਸਾਲ ਬਲਾਕ ਪ੍ਰੈਜ਼ੀਡੈਂਟ ਰਿਹਾ, ਕਿੱਦਾਂ ਕਾਂਗਰਸ ਚੱਲਦੀ ਹੈ। ਅੱਜ ਕੌਣ ਹੈ ਬਲਾਕ ਪ੍ਰੈਜ਼ੀਡੈਂਟ? ਕਿਸੇ ਨੂੰ ਨਹੀਂ ਪਤਾ। ਬਲਾਕ ਪ੍ਰੈਜ਼ੀਡੈਂਟ ਦੇ ਬਾਰੇ ਮਾਫ ਕਰਨਾ, ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਹੋਣਾ। ਹੈ ਹੀ ਨਹੀਂ ਹੋਈ ਸੀ, ਹੈ ਬਲਾਕ ਪ੍ਰੈਜ਼ੀਡੈਂਟ, ਮੇਰੇ ਭਰਾ ਨੇ ਉਹ ਵੀ, ਲੇਕਿਨ ਕਿੱਥੇ ਹੈ ਕਾਂਗਰਸ ਆਰਗੇਨਾਈਜੇਸ਼ਨ? ਕਿੱਥੇ ਹੈ? ਕਿੱਥੇ ਹੈ ਚੌਧਰੀ ਰਾਜਵੀਰ? ਕਿੱਥੇ ਹੈ ਰਕੇਸ਼ ਪੰਮੀ? ਕਿੱਥੇ ਪੁਰਾਣੇ ਲੋਕ? ਪਰ ਸਰ ਇਹ ਤਾਂ 2017 'ਚ ਵੀ ਨਾਲ ਨਹੀਂ ਸੀ ਸਰ। ਇਸ ਤਰ੍ਹਾਂ ਹੈ, ਇਹ ਤਾਂ ਕੌਣ ਕਹਿੰਦਾ? ਅਸ਼ੋਕ ਸ਼ਰਮਾ, ਤੁਸੀਂ ਕਹਿ ਰਹੇ ਹੋ ਅਸ਼ੋਕ ਸ਼ਰਮਾ ਜੀ, ਅਸ਼ੋਕ ਸ਼ਰਮਾ ਜੀ ਤਾਂ ਪਹਿਲੇ ਹੀ ਛੱਡ ਗਏ ਸੀ। ਮੈਂ ਚਰਨਦਾਸ ਲੰਬੜਦਾਰ ਇੱਕ ਸਾਡੇ ਪਠਾਨਕੋਟ ਦੇ ਬਹੁਤ ਪੁਰਾਣੇ ਵਰਕਰ ਨੇ, ਇਹਨਾਂ ਨੂੰ ਪਤਾ ਨਹੀਂ ਪਤਾ। ਇਹਨਾਂ ਕੋਲ ਨਵੀਆਂ ਸਕੀਮਾਂ, ਹਵਾਈ ਸਕੀਮਾਂ, ਹਵਾਈ 3.5 ਸਾਲ ਇੱਦਾਂ ਹੀ ਨਿਕਲੇ ਆ। ਫਿਰ ਗੱਲ ਉੱਥੇ ਆ ਜਾਣੀ ਹੈ ਵੀ ਕਾਰਜਕਰਤਾ ਜਦੋਂ ਮੁਖਰ ਹੋ ਜਾਂਦਾ ਨਾ ਖੁਰਾਨਾ ਜੀ, ਉਦੋਂ ਬੜਾ ਮੁਸ਼ਕਲ ਹੋ ਜਾਂਦੀ ਹੈ। ਜਦੋਂ ਕਾਰਜਕਰਤਾ ਤੇ ਤੁਸੀਂ ਜਾਤੀ ਤੌਰ ਤੇ ਚੋਟ ਕਰੋਗੇ, ਉਹਦੇ ਕਾਰੋਬਾਰ ਨੂੰ ਲੈ ਕੇ ਤੁਸੀਂ ਆਪਣੇ ਬੰਦਿਆਂ ਕੋਲ ਗੱਲਾਂ ਕਰਾਓਗੇ ਵੀ ਅਸੀਂ ਇਹਦਾ ਕਾਰੋਬਾਰ ਠੀਕ ਕਰਤਾ, ਅਸੀਂ ਇਹਦਾ ਕੋਈ ਕੰਮ ਕਰਾਤਾ, ਇਹਦਾ ਕੋਈ ਪਰਸਨਲ ਕਾਰੋਬਾਰ ਕੰਮ ਕਰਾਏ, ਇਹ ਬਹੁਤ ਗਲਤ ਗੱਲ ਹੈ ਔਰ ਬਹੁਤ ਝੂਠ ਹੈ। ਮੇਰਾ ਖਿਆਲ ਹੈ ਵੀ ਸ਼ਾਇਦ ਇਹ ਕਿਤੇ ਆਮਨਾ ਸਾਹਮਣਾ ਹੋ ਜਾਣਾ। ਚਲੋ ਨਿਤਿਨ ਜੀ, ਆਪਾਂ ਦੂਜੇ ਪਾਸੇ ਆਉਂਦੇ ਹਾਂ। ਪਠਾਨਕੋਟ ਦੇ ਵਿੱਚ ਸਿਚੁਏਸ਼ਨ ਕੀ ਹੈ? 3 ਪਾਰਟੀਆਂ ਨਜ਼ਰ ਆ ਰਹੀਆਂ, ਚੌਥੀ ਦਾ ਹਲੇ ਪਤਾ ਨਹੀਂ, ਕਾਂਗਰਸ, ਬੀਜੇਪੀ ਤੇ ਆਮ ਆਦਮੀ ਪਾਰਟੀ। ਤੁਸੀਂ ਕੀ ਸਮਝਦੇ ਹੋ ਕਿਹੜੀ ਪਾਰਟੀ, ਕੋਈ ਵੀ ਕਿਸੇ ਨੂੰ ਵੀ ਟਿਕਟ ਮਿਲੇ, ਕੌਣ ਜਿੱਤਣ ਦੀ ਨਜ਼ਦੀਕ ਹੈ? ਇਹ ਸਵਾਲ ਥੋੜਾ ਜਿਹਾ ਐਡਵਾਂਸ ਹੈ, ਲੇਕਿਨ ਆਮ ਆਦਮੀ ਪਾਰਟੀ 'ਚ ਸਾਡੇ ਮੌਜੂਦਾ ਵਿਧਾਇਕ ਨੇ ਜਾਨ ਪਾਤੀ ਹੈ। ਕਾਂਗਰਸ ਦਾ ਇੱਕ ਵੱਡਾ ਲੀਡਰ ਔਰ 6 ਵਾਰੀ ਦਾ ਕਾਉਂਸਲਰ, ਟਰਸਟ ਦਾ ਚੇਅਰਮੈਨ, ਉਹ ਕਾਂਗਰਸ ਨੂੰ ਛੱਡ ਕੇ ਚਲਾ ਗਿਆ। ਉਹ ਕਾਂਗਰਸ ਲਈ ਬਹੁਤ ਵੱਡਾ ਡੈਂਟ ਹੈ ਔਰ ਇਹ ਸਾਰਾ ਸ਼੍ਰੇ ਸਾਡੇ ਵਿਧਾਇਕ ਜੀ ਨੂੰ ਜਾਂਦਾ, ਆਮ ਆਦਮੀ ਪਾਰਟੀ ਜਾਣ ਪਾਉਂਦਾ। ਬਾਕੀ ਜਿੱਤਣਾ ਕਿੰਨੇ ਹੈ ਤੇ ਹਾਰਨਾ ਕਿੰਨੇ, ਇਹਦੇ ਲਈ ਸਮੇਂ ਥੋੜਾ ਟਾਈਮ ਮਿਲੇਗਾ। ਜੇ ਤੁਹਾਨੂੰ ਟਿਕਟ ਮਿਲ ਜਾਂਦੀ ਹੈ, ਫਿਰ ਮੈਨੂੰ ਟਿਕਟ ਮਿਲੇਗੀ ਤੇ ਮੈਂ ਤੇ ਪਹਿਲੇ ਵੀ ਪਿਛਲੀ ਇੰਟਰਵਿਊ 'ਚ ਵੀ ਕਿਹਾ ਵੀ ਸਾਰੀ ਕਾਂਗਰਸ ਇਕੱਠੀ ਕਰਾਂਗਾ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ ਔਰ ਮਜ਼ਬੂਤੀ ਨਾਲ ਇਲੈਕਸ਼ਨ ਲੜਾਂਗਾ ਔਰ ਬਹੁਤ ਵਧੀਆ ਰਿਜ਼ਲਟ ਦਿਆਂਗਾ। ਪਿਛਲੀ ਇੰਟਰਵਿਊ 'ਚ ਤਾਂ ਮੈਂ ਕਿਹਾ ਕਿ ਪੋਲਿੰਗ ਦੀਆਂ 80% ਵੋਟਾਂ ਲਵਾਂਗਾ ਤੇ ਅੱਜ ਫਿਰ ਕਹਿ ਰਿਹਾ ਕਿਉਂਕਿ ਸਾਰਾ ਸ਼ਹਿਰ ਮੇਰਾ ਇਲੈਕਸ਼ਨ ਲੜੇਗਾ, ਸਾਰੇ ਲੋਕ ਮੇਰੇ ਨਾਲ ਖੜੇ ਹੋਣਗੇ ਔਰ ਇੱਕ ਕਾਰਜਕਰਤਾ, ਕਿਉਂਕਿ ਉਹਨਾਂ ਨੂੰ ਪਤਾ
ਕਾਂਗਰਸੀ ਪਰਿਵਾਰ ਹੈ, ਕਾਂਗਰਸ ਨਾਲ ਚੱਲਣ ਵਾਲੀ ਫੈਮਿਲੀ ਹੈ ਔਰ ਕਿੰਨੇ ਘੰਟੇ ਕੰਮ ਕਰਨ ਦੀ ਕੈਪੈਸਿਟੀ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਥੋੜਾ ਜਿਹਾ ਸਮੇਂ ਖੁਰਾਨਾ ਜੀ ਲੱਗੇਗਾ। ਨਹੀਂ ਸਰ, ਲਾਡੀ ਜੀ ਇੱਕ ਗੱਲ ਹੈ ਕਿ ਅਗਰ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਸਾਰੇ ਕਾਂਗਰਸ ਵਾਲੇ ਇਕੱਠੇ ਹੋ ਕੇ ਕਿਸੇ ਨੂੰ ਵੀ ਟਿਕਟ ਮਿਲ ਜਾਏ, ਕਿਸੇ ਨੂੰ ਵੀ ਮਿਲ ਜਾਏ, ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ, ਤੇ ਤੁਹਾਡੇ ਵਾਸਤੇ ਤੁਸੀਂ ਜਿੱਤਣ ਦੀ ਕੈਪੈਸਿਟੀ ਰੱਖਦੇ ਹੋ, ਤੁਸੀਂ ਇਹ ਕਹਿੰਦੇ ਹੋ ਕਿ ਮੈਂ 80% ਵੋਟਾਂ ਲੈ ਜਾਵਾਂਗਾ, ਤੇ ਕਿਉਂ ਨਹੀਂ ਉਹ ਬਾਕੀ ਤੁਹਾਡੇ ਸਾਥੀ ਜਿਹੜੇ ਕੋਈ ਵੀ ਹੋਣ ਉਹ ਕਿਉਂ ਨਹੀਂ ਲੈ ਕੇ ਜਾਣਗੇ ਜੇ ਤੁਸੀਂ ਅਗਰ ਉਹਨਾਂ ਦਾ ਚੁਣਾਵ ਪੂਰੇ ਜ਼ੋਰ ਨਾਲ ਲੜੋਗੇ? ਸਰ ਇਸ ਤਰ੍ਹਾਂ ਹੈ, ਮੈਂ ਕਿਸੇ ਨੂੰ ਕੰਟੈਂਪਟ ਕੀਤਾ ਹੀ ਨਹੀਂ। ਮੈਂ ਤਾਂ ਹਮੇਸ਼ਾ ਆਪਣੀ ਗੱਲ ਕਰ ਰਿਹਾ। ਮੈਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਵੀ ਉਹਨੂੰ ਮਿਲੇਗੀ ਕਿ ਨਹੀਂ ਮਿਲੇਗੀ। ਬਾਕੀ ਜਿਹਨੇ ਜੋ ਬੀਜਿਆ ਉਹਨੂੰ ਉਹ ਕੱਟਣੇ ਵੀ ਪੈਣਾ। ਕਾਂਗਰਸ ਨੂੰ ਮਾਰ ਕੇ ਰੱਖਤਾ ਹੈ। ਕਾਂਗਰਸ ਦੇ ਕਾਰਜਕਰਤਾ ਨੂੰ ਜਿੰਦਾ ਕਿਸ ਤਰ੍ਹਾਂ ਕਰੋਗੇ ਤੁਸੀਂ ਦੁਬਾਰਾ? ਜਿੰਦਾ ਜਦੋਂ ਨਵਾਂ ਚਿਹਰਾ ਆਏਗਾ ਤੇ ਜਿੰਦਾ ਹੋਏਗੀ। ਕਾਂਗਰਸ ਸਮੁੰਦਰ ਹੈ, ਲੇਕਿਨ ਉਹਨੂੰ ਸਮੇਟ ਕੇ ਰੱਖਣਾ ਪੈਣਾ। ਆਪਣੇ ਕਾਰਜਕਰਤਾ ਦੀ ਕਦਰ ਕਰਨੀ ਪੈਣੀ ਹੈ, ਆਪਣੇ ਬੂਥ ਦੇ ਕਾਰਜਕਰਤਾ ਦੀ ਕਦਰ ਕਰਨੀ ਪੈਣੀ ਹੈ। ਐਦਾਂ ਨਹੀਂ ਹੈ ਕਿ ਵੀ ਸਾਰਾ ਕੁਝ ਖਰੀਦ ਲਿਆ ਜਾਏਗਾ ਤੇ ਮੌਕੇ 'ਤੇ ਸਾਰਾ ਕੁਝ ਉਹ ਇੱਕ ਸਜਾਵਟ ਕਰਤੀ ਜਾਏਗੀ ਤੇ ਖੇਲ ਖੇਲਿਆ ਜਾਏਗਾ। ਐਦਾਂ नहीं होएगा। थैंक यू वेरी मच नितिन जी। जितेंद्र जी, आप कुछ पूछना चाहेंगे? थैंक यू वेरी मच लाडी जी, आपने जो बातें की, बेबाक बातें की, और आपका ये कहना है कि अगर कांग्रेस इकट्ठे होकर चुनाव लड़े तो इसमें कोई शक नहीं है कि कांग्रेस जीत सकती है, बाकी पार्टियों के से ज़्यादा वोट ले सकती है। और दूसरी तरफ ये कहते हैं कि जो आम आदमी पार्टी है, आम आदमी पार्टी का भी जो झुकाव है इस टाइम, जो उसको खड़ा किया गया, उसको मजबूत करने में हमारे मौजूदा विधायक का भी कसूर है। इस बारे में तो मैं कुछ नहीं कह सकता, ये तो इनके अपने विचार हैं और ये विचारों की लड़ाई है। जितेंद्र जी कुछ कहना चाहते हैं? लाडी जी, मैं एक सवाल आपसे पूछना चाहता था। आपको टिकट मिल जाती है, आप विधायक भी बन जाते हैं। पिछली बार जब विनोद खन्ना मेंबर पार्लियामेंट थे, उन्होंने कहा था मैं पठानकोट को पेरिस बना दूंगा। ये उन्होंने 2-3 बार अपने उसमें कहा था, कई बार कहा है। आप पठानकोट के अब विधायक बनते हैं तो आप इसको क्या बनाएंगे? मैं अगर हाईकमान मैनू टिकट देंदी है और पठानकोट की जनता अपना आशीर्वाद दे के मैनू विधायक बनाती है तो मैं सब तो पहले इत्थे गल करांगा हैल्थ दी और एजुकेशन दी। पैरिस तो मैं गया भी नहीं जतेंद्र जी, तो ना मैं पैरिस बनाने की गल करांगा, लेकिन कम से कम एक चंगा इंफ्रास्ट्रक्चर अपनी सरकार को। हालांकि अगर मैं कहां कि इत्थे मैडिकल कॉलेज लैके आवांगा, उहदे लई भी सेंटर सरकार दी बहुत सारियां मंजूरियां की जरूरत होंदी है। कोशिश की जाएगी और शायद बहुत वधिया तरीके नाल एक मैडिकल कॉलेज बने, एक गवर्नमेंट कॉलेज बने, एक अच्छे इंस्टीट्यूशन इत्थे आन ताकि साडे इत्थों दा बच्चा पढ़ सके। तो ही मिसाल के तौर पर विनोद खन्ना जी की गल की, मैं यह भी गल करांगा जिन्होंने पिछला चुनाव लड़िया साडे विधायक साहब ने, जिहड़ियां उन्होंने गल्लां कीतियां ही, उन्होंने रोज़गार की गल की ही। मैं यह बेनती की ही पिछले इंटरव्यू च भी कि वो दसन उन्होंने पठानकोट के किन्ने बच्चों को रोज़गार ला के दिता। ये सारियां गल्लां बाकी मैं सर ये जी रोज़गार वाली गल है ना जी, ये तो सेंटर गौरमेंट तो ही सारे पूछ रहे हैं कि मोदी जी ने कहा सी इन्ने करोड़ नौकरियां देंगे, वो तो साढ़े CM ने भी कहा सी इन्ने लख नौकरियां देंगे, वो तो दे नहीं पाए। पर तुसी अगर आंदे हो, तुसी MLA बनते हो, तुसी किस तरह एश्योर करते हो कि तुसी इत्थे नौकरियां दा वो करो? क्योंकि मैं देखा कई MLA पठानकोट च आए, कई चले गए। साड़ा ग्रोथ सेंटर जिस तरह से अज भी लगभग उजाड़ ही है। अज तक कोई इंडस्ट्री इत्थे नहीं आ सकी, एक पैप्सिको तो इलावा या 1-2 होर इंडस्ट्रीज़ हैगियां। तो तुसी किस तरह एश्योर करते हो कि इत्थे इंडस्ट्री आएगी, तुसी लैके आओगे, कोई इत्थे खुशहाली आएगी? किस तरह, किस बिना ते कहंदे हो? सर मैं गल करदा भी इंडस्ट्री का इदा भी अं ਵੱਡੇ ਵੱਡੇ दावे करिए भी मैं इत्थे 20,000 करोड़ की इंडस्ट्री लैवांगा तो 2,000 मुंडा एक कली एक यूनिट दे विच लग जाएगा ना। तो कोई इदां दी गल्लां होईयां। 92 तो लगभग मैनूं पता भी वो इंडस्ट्रीयल ग्रोथ सेंटर शायद असीं बहुत छोटे ही उदों दा बनिया होया, उदों दी गल्लां चलदियां ही भी इत्थे कई वो लगातार विधायक बनते रहे तो जाते रहे, हारते रहे या जितते रहे। उदों भी रौला पिया कि इत्थे ट्रिब्यून का
ਬਣੇਗਾ, ਅਖਬਾਰ ਦਾ ਸਾਰਾ ਸਿਸਟਮ ਇੱਥੇ ਆਏਗਾ, ਪ੍ਰਿੰਟਿੰਗ ਦਾ ਸਿਸਟਮ ਆਏਗਾ। ਜਿਹੜੀ ਮੇਰੀ ਗੱਲ ਹੈ, ਮੇਰੀ ਤਵੱਜੋ ਜ਼ਿਆਦਾ ਰਹੇਗੀ ਛੋਟੇ ਕਾਰਖਾਨਿਆਂ 'ਤੇ, ਛੋਟੀ ਇੰਡਸਟਰੀ 'ਤੇ। ਜਿੱਦਾਂ ਬਟਾਲਾ ਤੋਂ ਸਾਡੀ ਇੰਡਸਟਰੀ ਇੱਥੋਂ ਸ਼ਿਫਟ ਕਰ ਗਈ ਹੈ, ਹੁਣ ਉਹ ਆਸਤਾ ਆਸਤਾ ਵਾਪਸ ਲਿਆਉਣੇ ਸ਼ੁਰੂ ਕੀਤੇ ਹੈ ਸਾਡੇ ਲੀਡਰ ਸਾਹਿਬਾਨ ਨੇ। ਸਰ ਉਹਦਾ ਸੈਂਟਰ ਦੀਆਂ ਤੇ ਗਵਰਨਮੈਂਟ ਦੀਆਂ ਪਾਲਿਸੀਜ਼ ਹੁੰਦੀਆਂ, ਉਹਦੇ ਵਿੱਚ ਇੱਕ ਵਿਧਾਇਕ ਦਾ ਕੋਈ ਰੋਲ ਨਹੀਂ ਹੁੰਦਾ ਕਿ ਉਹ ਵਿਧਾਇਕ ਚਾਹੇ ਤੇ ਉੱਥੇ ਇੰਡਸਟਰੀ ਨੂੰ ਲੈ ਕੇ ਆਏ। ਇਹ ਤਾਂ ਬੇਸਿਕਲੀ ਮੇਰੇ ਹਿਸਾਬ ਨਾਲ ਜ਼ਿਆਦਾ ਰੋਲ ਐਮਪੀ ਦਾ ਹੁੰਦਾ ਇਹਦੇ ਵਿੱਚ, ਇੰਡਸਟਰੀ ਲਿਆਉਣ 'ਚ, ਕਿਉਂਕਿ ਪਾਲਿਸੀਜ਼ ਜਿਹੜੀਆਂ ਬਣਨੀਆਂ ਜੇ ਸਬਸਿਡੀ ਦੇਣੀ ਹੈ ਸੈਂਟਰ ਨੇ ਦੇਣੀ ਹੈ। ਜੇ ਹੁਣ J&K 'ਚ ਇੰਡਸਟਰੀ ਸ਼ਿਫਟ ਹੋਈ ਹੈ, ਉਹ ਇਸ ਵਾਸਤੇ ਸ਼ਿਫਟ ਹੋਈ ਹੈ ਬਿਕੋਜ਼ ਉੱਥੇ ਫੈਸਿਲਿਟੀਜ਼ ਜ਼ਿਆਦਾ ਸੀ। ਸਾਡਾ ਕੋਈ ਵੀ ਵਿਧਾਇਕ ਹੋਏ, ਚਾਹੇ BJP ਹੋਏ, ਚਾਹੇ ਕਾਂਗਰਸ ਹੋਏ, ਚਾਹੇ ਕੋਈ ਹੋਏ, ਮੈਨੂੰ ਨਹੀਂ ਲੱਗਦਾ ਕਿ ਇੱਕ ਵਿਧਾਇਕ ਜਿਹੜਾ ਹੈ ਉਹ ਇੱਕ ਕੈਪੈਸਿਟੀ ਰੱਖਦਾ ਹੈ ਕਿ ਉਹ ਸੈਂਟਰਲ ਗਵਰਨਮੈਂਟ ਤੋਂ, ਹਾਂ ਜਿਸ ਤਰ੍ਹਾਂ ਹੁਣ BJP ਦੀ ਸਰਕਾਰ ਸੀ, BJP ਦਾ MP MLA ਹੋਏ ਤੇ ਸ਼ਾਇਦ ਉਹ ਇਸ ਕੈਪੈਸਿਟੀ 'ਚ ਹੋਏ, ਉਹ ਕਰ ਸਕਦਾ ਹੋਏ, ਬਟ ਅੱਜ ਦੀ ਡੇਟ 'ਚ ਇਟ ਇਜ਼ ਵੈਰੀ ਡਿਫੀਕਲਟ। ਮੈਨੂੰ ਲੱਗਦਾ ਤੁਸੀਂ ਕਹਿੰਦੇ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਲੇਕਿਨ ਇਸ ਤਰ੍ਹਾਂ ਨਹੀਂ ਹੈ ਕਿ ਵਿਧਾਇਕ ਦੇ ਹੱਥ 'ਚ ਕੁਝ ਨਹੀਂ ਹੁੰਦਾ। ਵਿਧਾਇਕ ਨੂੰ ਆਪਣੀ ਗੱਲ, ਆਪਣੇ ਸ਼ਹਿਰ ਦੀ ਗੱਲ ਅੱਗੇ ਪਹੁੰਚਾਉਣੀ ਚਾਹੀਦੀ ਹੈ। ਆਪਣੀ ਸ਼ਹਿਰ ਤੁਸੀਂ ਕੀ ਸੋਚਦੇ ਹੋ? ਕੋਈ ਵੀ ਵਿਧਾਇਕ ਰਿਹਾ ਹੋਏ, ਕੋਈ ਵੀ ਵਿਧਾਇਕ ਰਿਹਾ ਹੋਏ, ਕਿਆ ਉਹਨੇ ਕੀਤੀ ਨਹੀਂ ਹੋਏਗੀ ਗੱਲ? ਪਰ ਉਹਦਾ ਰਿਜ਼ਲਟ ਕੀ ਹੈ? ਜੇ ਇੱਕ ਪੈਪਸੀ ਲੱਗ ਗਈ ਹੈ ਤੇ ਵਿਧਾਨ ਸਭਾ ਪਠਾਨਕੋਟ ਦੇ ਕਿੰਨੇ ਬੱਚੇ? ਸਰ ਪੈਪਸੀ ਛੋੜੋ, ਮੈਂ ਕਹਿੰਦਾ ਜੀ ਕੋਈ ਵੀ ਵਿਧਾਇਕ, ਪਿਛਲੇ ਜਿੰਨੇ ਵਿਧਾਇਕ ਰਹੇ ਅੱਜ ਤੱਕ, ਕੋਈ ਵੀ ਇੰਡਸਟਰੀ ਨਹੀਂ ਲਿਆ ਸਕਿਆ ਇੱਥੇ। ਕਿੰਨੇ MP ਰਹੇ, ਕੋਈ ਵੀ MP ਇੰਡਸਟਰੀ ਨਹੀਂ ਲਿਆ ਸਕਿਆ। ਤੇ ਤੁਸੀਂ ਉਹਦੇ 'ਚ ਕਿਹਨੂੰ ਕਸੂਰਵਾਰ ਮੰਨਦੇ ਹੋ? ਨਹੀਂ, ਮੈਂ ਕਸੂਰਵਾਰ ਬਿਲਕੁਲ, ਕੋਈ ਜਨਤਾ ਦਾ ਕੋਈ ਕਸੂਰ ਨਹੀਂ। ਜਨਤਾ ਤੇ ਆਪਣਾ ਬੰਦਾ ਚੁਣ ਕੇ ਭੇਜਦੀ ਹੈ ਤਾਂ ਕਿ ਸਾਡੇ ਹੱਕ ਦੀ ਗੱਲ, ਸਾਡੇ ਇਲਾਕੇ ਦੀ ਗੱਲ, ਸਾਡੀ ਡਿਵੈਲਪਮੈਂਟ ਦੀ ਗੱਲ, ਸਾਡੇ ਬੱਚਿਆਂ ਦੀ ਨੌਕਰੀ ਦੀ ਗੱਲ ਅੱਗੇ ਕੀਤੀ ਜਾਏ। ਲੇਕਿਨ ਜੇ ਉਹ ਬੰਦਾ ਨਹੀਂ ਲਿਆ ਪਾਉਂਦਾ ਤਾਂ ਪਾਰਟੀਕੂਲਰ ਉਹ ਜ਼ਿੰਮੇਵਾਰ ਹੈ। ਇਸ ਤਰ੍ਹਾਂ ਨਹੀਂ ਹੈ ਜਨਤਾ, ਨੋ ਪਾਰਟੀਕੂਲਰ ਬੰਦਾ ਜ਼ਿੰਮੇਵਾਰ ਹੈ। ਜਿਹੜਾ ਬੰਦਾ ਆਪਣੀ ਗੱਲ ਨਹੀਂ ਅੱਗੇ ਕਰ ਪਾਉਂਦਾ, ਆਪਣੀ ਗੱਲ ਅੱਗੇ ਰੱਖ ਨਹੀਂ ਪਾਉਂਦਾ। ਸਾਡੇ ਮੌਜੂਦਾ ਵਿਧਾਇਕ ਨੇ ਕਿਹਾ ਸੀ ਮੈਂ ਇੱਥੇ 20,000 ਕਰੋੜ ਦਾ ਉਹ ਕਰਵਾਵਾਂਗਾ, ਇਨਵੈਸਟਰ ਲਿਆਵਾਂਗਾ ਜਾਂ ਕਰਾਂਗਾ, ਉਹ ਉਹਨਾਂ ਨਹੀਂ ਕਰ ਪਾਏ। ਲੇਕਿਨ ਮੈਂ ਤੇ ਬਈ ਕਰੋੜਾਂ ਰੁਪਈਆਂ ਦੀ, ਹਜ਼ਾਰਾਂ ਕਰੋੜਾਂ ਵਾਲਾ ਬੰਦਾ ਨਹੀਂ ਤੇ ਨਾ ਉਹ ਗੱਲਾਂ ਕਰਨਾ। ਮੈਂ ਤੇ ਛੋਟੇ ਕਾਰਖਾਨੇ ਦੀ ਗੱਲ ਕਰਾਂਗਾ, ਉਹਦੇ ਵਿੱਚ ਛੋਟੀਆਂ ਸਕੀਮਾਂ ਦੇ ਵਿੱਚ ਲੋਕਾਂ ਨੂੰ ਲਿਆ ਕੇ ਇਹ ਜਿਹੜਾ ਇੰਡਸਟਰੀਅਲ ਗਰੋਥ ਸੈਂਟਰ ਹੈ, ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਬਸਿਡੀਆਂ ਖੁਰਾਨੇ ਸ਼ਾਇਦ ਤੁਹਾਡੇ ਧਿਆਨ 'ਚ ਹੋਏ। ਜਿਹੜੀ ਇੰਡਸਟਰੀਅਲ ਗਰੋਥ ਸੈਂਟਰ ਦੇ ਅੰਦਰ ਕੋਈ ਬੰਦਾ ਲੈਂਡ ਲੈਂਦਾ ਨਾ, ਉਹਦੀ ਬਾਹਰ ਨਾਲੋਂ ਬਾਜ਼ਾਰ ਦੀ ਕੀਮਤ ਨਾ ਬਹੁਤ ਘੱਟ ਰੇਟਾਂ 'ਤੇ ਮਿਲਦੀ ਹੈ। ਉਹਦੀ ਬਿਜਲੀ ਦਾ ਵੀ ਫਰਕ ਆ, ਉੱਥੇ ਲਾਈਟ ਨਹੀਂ ਜਾਂਦੀ। ਇਨਫਰਾਸਟ੍ਰਕਚਰ ਸਾਡੇ ਕੋਲ ਬਣਿਆ ਪਿਆ, ਸੜਕਾਂ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਜਿਹੜੀਆਂ ਉਹਦੇ ਅੰਦਰ ਜਿੰਨੀਆਂ ਖੁੱਲੀਆਂ ਵੱਡੀਆਂ ਬਣੀ ਦੀਆਂ। ਉਹਦੇ ਬਾਰੇ ਤਵੱਜੋ ਕਰਾਂਗੇ, ਉੱਥੇ ਲਿਆਵਾਂਗੇ। ਛੋਟੇ ਕਾਰਖਾਨਿਆਂ ਦੀ ਗੱਲ ਕਰਾਂਗਾ। ਵੱਡੀ ਗੱਲ ਤਾਂ ਮੈਂ ਕਿੱਦਾਂ ਕਰਾਂਗਾ? ਮੈਂ ਨਾ ਤਾਂ ਉੱਦਾਂ ਦਾ ਸਰਕਲ ਦਾ ਬੰਦਾ ਤੇ ਨਾ ਉੱਥੋਂ ਨਿਕਲਿਆ। ਮੈਂ ਇੱਕ ਆਪਣਾ ਛੋਟਾ ਜਿਹਾ ਇੱਥੇ ਕੰਮ ਕਰ ਰਿਹਾ, ਮੇਰੇ ਤੋਂ ਉਹ 'ਤੇ ਕੱਲ੍ਹ ਦੀ ਉਂਗਲ ਚੁਕਾਉਣੀ ਸ਼ੁਰੂ ਹੋ ਗਈ ਕਿ ਉਹਦਾ ਪੁੱਲ ਅਸੀਂ ਬਣਵਾ ਰਹੇ ਹਾਂ ਜੀ। ਉਹਦੇ ਪੁੱਲ ਦੀ ਮਨਜ਼ੂਰੀਆਂ ਹੀ ਲੈ ਕੇ ਦਿੱਤੀਆਂ। ਮਾफ़ ਕਰਨਾ, ਮੇਰੇ ਨਾਲ ਇਸ ਤਰ੍ਹਾਂ ਦੀ ਨਾ ਕਦੀ ਕੋਈ ਟਾਕ ਹੋਈ ਹੈ ਕਿਸੇ ਦੀ, ਤੇ ਨਾ ਮੈਨੂੰ ਕਿਸੇ ਨੇ ਕੋਈ ਮਨਜ਼ੂਰੀ ਲੈ ਕੇ ਦਿੱਤੀ ਹੈ। ਮੈਂ ਆਪਣਾ ਕੰਮ ਆਪਣੇ ਢੰਗ ਨਾਲ करना जानना। थैंक यू वेरी मच, धन्यवाद जी। ये थे नितिन लाडी जी, जिन्होंने अपना क्लेम, मतलब टिकट की जो दावेदारी है उस पर अपने दावेदारी ठोकी है। अब ये देखना तो हाईकमान को है कि उन्होंने टिकट किसको देनी है।